ਗੁੱਡ ਮਾਰਨਿੰਗ 9th ਕਲਾਸ। ਮੈਂ ਮੈਡਮ ਵਰਿੰਦਰ ਕੌਰ ਆਫ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ ਗੰਗੂ ਰਾਏ। ਅੱਜ ਤੁਹਾਨੂੰ ਬਾਬਾ ਸ਼ੇਖ ਫਰੀਦ ਜੀ ਦੇ ਸਲੋਕ ਕਰਾਵਾਂਗੀ, ਭਾਵ ਕਿ ਬਾਬਾ ਜੀ ਦੇ ਸਲੋਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਹਾਂਜੀ, ਬਾਬਾ ਜੀ ਦੇ ਜਿਹੜੇ ਸਲੋਕ ਨੇ ਉਹ ਸਾਡੀ ਆਪਣੀ ਬੁੱਕ ਸਾਹਿਤਕ ਕਿਰਨਾਂ ਦੇ ਵਿੱਚ ਦਰਜ ਨੇ। ਸਾਹਿਤਕ ਕਿਰਨਾਂ 1 ਭਾਵ ਕਿ 1 ਦੇ ਵਿੱਚ ਦਰਜ ਨੇ। ਪਹਿਲਾ ਸਲੋਕ ਬਾਬਾ ਜੀ ਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ। ਫਰੀਦਾ ਜੇ ਤੂੰ ਅਕਲ ਲਤੀਫ, ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਤੂੰ ਬਹੁਤ ਹੀ ਬਰੀਕ ਬੁੱਧੀ ਦਾ ਮਾਲਕ ਹੈ ਤਾਂ ਤੈਨੂੰ ਭੈੜੇ ਕੰਮਾਂ ਦੇ ਵਿੱਚ, ਭੈੜੇ ਜਿਹੜਾ ਲੇਖਾ ਲਿਖਦਾ ਹੈ ਉਸ ਦੇ ਵਿੱਚ ਵਾਧਾ ਨਹੀਂ ਕਰਨਾ ਚਾਹੀਦਾ, ਕਿਉਂਕਿ ਤੂੰ ਕਿਸੇ ਦੇ ਭੈੜੇ ਕਰਮ ਲਿਖਣ ਤੋਂ ਪਹਿਲਾਂ ਆਪਣੜੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ। ਤੈਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਕਿ ਕਿਸੇ ਦੇ ਔਗਣਾਂ ਨੂੰ ਮੈਂ ਚਿਤਾਰ ਰਿਹਾ ਤਾਂ ਮੇਰੇ ਅੰਦਰ ਕਿੰਨੇ ਹੀ ਔਗਣ ਨੇ। ਦੂਜਿਆਂ ਦੇ ਔਗਣ ਦੇਖਣ ਤੋਂ ਪਹਿਲਾਂ ਆਪਣੇ ਔਗਣਾਂ ਨੂੰ ਚਿਤਾਰਨਾ ਚਾਹੀਦਾ। ਭਾਵ ਕਿ ਬਾਬਾ ਫਰੀਦ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਕਿ ਕਿਸੇ ਦੇ ਔਗਣ ਨੂੰ ਅਸੀਂ ਝੱਟ ਦੇ ਕੇ ਫੜ ਲੈਂਦੇ ਹਾਂ ਕਿ ਉਸ ਬੰਦੇ ਵਿੱਚ ਕਿੰਨੇ ਔਗਣ ਨੇ। ਕਹਿੰਦੇ ਵੀ ਪਰ ਆਪਣੇ ਅੰਦਰ ਝਾਤੀ ਮਾਰੋ ਕਿ ਸਾਡੇ ਆਪਣੇ ਅੰਦਰ ਕਿੰਨੇ ਔਗਣ ਨੇ। ਕਿਸੇ ਦੇ ਔਗਣ ਦੇਖਣ ਤੋਂ ਪਹਿਲਾਂ, ਕਿਸੇ ਦੇ ਮਾੜੇ ਕੰਮਾਂ ਦਾ ਲੇਖਾ ਲਿਖਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ। ਨਿਮਰਤਾ ਸਹਿਤ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਨਿਮਰਤਾ ਸਹਿਤ ਇਹ ਦੇਖਣਾ ਚਾਹੀਦਾ ਕਿ ਸਾਡੇ ਵਿੱਚ ਕਿੰਨੇ ਔਗਣ ਨੇ। ਉਸ ਤੋਂ ਅਗਲਾ ਹੈ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ। ਇੱਥੇ ਬਾਬਾ ਫਰੀਦ ਜੀ ਸਾਨੂੰ ਕਹਿੰਦੇ ਨੇ ਕਿ ਹੁਣ ਤੱਕ ਜੋ ਵੀ ਸਮਾਂ ਬੀਤਿਆ, ਬਾਬਾ ਫਰੀਦ ਜੀ ਕਹਿੰਦੇ ਨੇ ਜੋ ਥੀਆ ਭਾਵ ਕਿ ਜੋ ਲੰਘ ਗਿਆ ਉਸ ਨੂੰ ਆਪਾਂ ਚਿਤਾਰੋ, ਉਸ ਨੂੰ ਦੇਖੋ ਕਿ ਉਹ ਕਿਸ ਤਰ੍ਹਾਂ ਲੰਘਿਆ। ਕਿ ਆਉਣ ਵਾਲੇ ਸਮੇਂ ਵਿੱਚ ਦੇਖੋ ਤੁਹਾਡੀ ਦਾੜੀ ਹੈ ਜਿਹੜੀ ਉਹ ਭੂਰ ਹੋ ਗਈ, ਭਾਵ ਕਿ ਚਿੱਟੀ ਹੋ ਰਹੀ ਹੈ। ਅੱਗਾ ਨੇੜੇ ਆਇਆ, ਇਹ ਜਿਹੜੀ ਚਿੱਟੀ ਦਾੜੀ ਆ ਇਹ ਇਸ ਗੱਲ ਦਾ ਸੰਕੇਤ ਹੈ ਕਿ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ, ਭਾਵ ਕਿ ਸਾਡਾ ਮੌਤ ਦਾ ਸਮਾਂ ਨੇੜੇ ਆ ਗਿਆ ਔਰ ਜਨਮ ਜਿਹੜਾ ਸਾਡਾ ਜਿਉਣ ਦਾ ਸਮਾਂ ਸੀ ਉਹ ਬਹੁਤ ਦੂਰ ਚਲਿਆ ਗਿਆ। ਭਾਵ ਕਿ ਅਸੀਂ ਹੁਣ ਮੌਤ ਦੇ ਨਜ਼ਦੀਕ ਪਹੁੰਚ ਰਹੇ ਹਾਂ। ਪਿੱਛਾ ਰਹਿਆ ਦੂਰ, ਹੁਣ ਜਿਉਣ ਦਾ ਸਮਾਂ ਲੰਘ ਚੁੱਕਿਆ। ਉਸ ਤੋਂ ਅਗਲਾ ਸਲੋਕ ਹੈ, ਫਰੀਦਾ ਜੰਗਲ ਜੰਗਲ ਕਿਆ ਭਵੇ ਬਣ ਕੰਡਾ ਮੋੜੇ, ਬੱਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਬਾਬਾ ਫਰੀਦ ਜੀ ਸਾਨੂੰ ਇਸ ਸਲੋਕ ਦੇ ਵਿੱਚ ਸਮਝਾਉਂਦੇ ਨੇ ਕਿ ਹੇ ਮਨੁੱਖ, ਤੂੰ ਜੰਗਲਾਂ ਦੇ ਵਿੱਚ ਕਿਉਂ ਭਟਕਦਾ ਫਿਰਦਾ ਹੈ। ਜੰਗਲ ਨੂੰ ਗਾਹੁਣ ਦਾ ਕੋਈ ਲਾਭ ਨਹੀਂ। ਬੱਸੀ ਰੱਬ ਹਿਆਲੀਆ, ਹਿਆਲੀਆ ਆਪਣਾ ਹਿਰਦੇ ਨੂੰ ਕਿਹਾ ਗਿਆ। ਕਹਿੰਦੇ ਰੱਬ ਤਾਂ ਸਾਡੇ ਹਿਰਦੇ ਦੇ ਵਿੱਚ ਵੱਸਦਾ, ਜੰਗਲ ਦੇ ਵਿੱਚ ਕੀ ਲੱਭਦਾ ਫਿਰਦਾ। ਜੰਗਲਾਂ ਦੇ ਵਿੱਚ ਭਟਕਣ ਦਾ ਕੋਈ ਫਾਇਦਾ ਨਹੀਂ, ਇਹ ਤਾਂ ਸਿਰਫ ਤੂੰ ਕੰਡੇ ਹੀ ਲਤਾੜ ਰਿਹਾ ਜੰਗਲਾਂ ਦੇ ਵਿੱਚ। ਬਾਬਾ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਤਾਂ ਤੇਰੇ ਹਿਰਦੇ ਵਿੱਚ ਆ, ਤੂੰ ਉਹਨੂੰ ਉੱਥੋਂ ਲੱਭਣ ਦੀ ਕੋਸ਼ਿਸ਼ ਕਰ। ਅਗਲੇ ਸਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇੱਥੇ ਬਾਬਾ ਜੀ ਸਾਨੂੰ ਕਹਿੰਦੇ ਨੇ ਕਿ ਸਾਨੂੰ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਕੇ ਹੀ ਨਿਮਰਤਾ ਸਹਿਤ ਆਪਣਾ ਜੀਵਨ ਜਿਉਣਾ ਚਾਹੀਦਾ, ਕਿਉਂਕਿ ਦੂਸਰੇ ਦੀ ਪਰਾਈ ਦੇਖ ਕੇ ਆਪਣੇ ਮਨ ਨੂੰ ਲਲਚਾਉਣਾ ਨਹੀਂ ਚਾਹੀਦਾ। ਭਾਵ ਕਿ ਨਿਮਰਤਾ ਸਹਿਤ ਤੁਸੀਂ ਆਪ ਹੀ ਦੇਖੋ, ਜਦੋਂ ਅਸੀਂ ਰੁੱਖੀ ਸੁੱਖੀ ਰੋਟੀ ਖਾਂਦੇ ਹਾਂ, ਭਾਵ ਕਿ ਬਹੁਤ ਹੀ ਘੱਟ ਸਾਡੇ ਅੱਗੇ ਕੌਲੀਆਂ ਲੱਗੀਆਂ ਹੁੰਦੀਆਂ ਨੇ, ਇੱਕ ਥਾਲੀ ਦੇ ਵਿੱਚ ਇੱਕ ਕੌਲੀ ਹੁੰਦੀ ਹੈ ਅਤੇ ਇੱਕ ਸਾਡਾ ਫੁਲਕਾ ਹੁੰਦਾ, ਅਤੇ ਜਦੋਂ ਅਸੀਂ ਖਾਂਦੇ ਹਾਂ ਤਾਂ ਸਾਡੇ ਅੰਦਰ ਕੁਦਰਤੀ ਨਿਮਰਤਾ ਪੈਦਾ ਹੁੰਦੀ ਹੈ। ਜੇ ਅਸੀਂ ਕੌਲੀਆਂ ਦੇ 4-5 ਕੌਲੀਆਂ ਲਗਾ ਲਈਏ ਜੀ, ਫਿਰ ਸਾਡੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਹੋਣਗੇ, ਉਹਨੂੰ ਦੇਖ ਕੇ ਕੁਦਰਤੀ ਸਾਡੇ ਮਨ ਦੇ ਵਿੱਚ ਵੀ ਹੰਕਾਰ ਪੈਦਾ ਹੋ ਜਾਂਦਾ। ਇਹੀ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ, ਬਾਬਾ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਸਾਨੂੰ ਰੁੱਖੀ ਸੁੱਖੀ ਖਾ ਕੇ ਹੀ ਆਪਣਾ ਜੀਵਨ ਨਿਮਰਤਾ ਸਹਿਤ ਬਤੀਤ ਕਰਨਾ ਚਾਹੀਦਾ। ਉਸ ਤੋਂ ਅੱਗੇ ਦੇਖੋ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਬਿਰਹਾ ਇੱਥੇ ਕੀ ਹੁੰਦਾ, ਵਿਛੋੜਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ,
ਫਰੀਦਾ ਜਿਤ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣ ਮਸਾਣ। ਇੱਥੇ ਬਾਬਾ ਫਰੀਦ ਜੀ ਵਿਛੋੜੇ ਦਾ ਸਾਨੂੰ ਜਜ਼ਬੇ ਬਾਰੇ ਸਮਝਾਉਂਦੇ ਨੇ ਕਿ ਵਿਛੋੜੇ ਦਾ ਜ਼ਿਕਰ ਕੀਤਾ ਇੱਥੇ। ਕਹਿੰਦੇ ਵਿਛੋੜੇ ਨੂੰ ਲੋਕ ਬਹੁਤ ਬੁਰਾ ਕਹਿੰਦੇ ਨੇ, ਪਰ ਹੇ ਵਿਛੋੜੇ, ਤੂੰ ਤਾਂ ਸਭ ਦੇ ਜਜ਼ਬਿਆਂ ਦੀ ਸਰਤਾਜ ਹੈ। ਤੇਰੇ ਤੋਂ ਹੀ ਸਭ ਦਾ ਜਜ਼ਬਾ ਪਤਾ ਲੱਗਦਾ ਸਾਨੂੰ। ਜਿਸ ਸਰੀਰ ਦੇ ਵਿੱਚ ਵਿਛੋੜੇ ਦਾ ਦਰਦ ਹੀ ਨਹੀਂ, ਉਹ ਸਰੀਰ ਤਾਂ ਮੁਰਦਿਆਂ ਦੇ ਸਮਾਨ ਆ। ਜਿਹੜੇ ਸਰੀਰ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਵਿਛੋੜੇ ਦਾ ਦਰਦ ਹੀ ਨਹੀਂ, ਉਹ ਤਾਂ ਕਹਿੰਦੇ ਮੁਰਦਿਆਂ ਦੇ ਸਾਣ। ਸੋ ਤਨ ਜਾਣ ਮਸਾਣ। ਆਪਾਂ ਕਹਿੰਦੇ ਮਸਾਣ ਮੜੀਆਂ ਹੁੰਦੀਆਂ ਨੇ, ਵੀ ਮੜੀਆਂ ਦੇ ਵਿੱਚ ਮੁਰਦੇ ਜਾਂਦੇ ਨੇ। ਕਹਿੰਦੇ ਉਹਨਾਂ ਮੁਰਦਿਆਂ ਦੇ ਸਮਾਨ ਆ ਉਹ ਸਰੀਰ ਜਿਹਦੇ ਵਿੱਚ ਵਿਛੋੜਾ ਹੀ ਨਹੀਂ। ਜੇ ਅਸੀਂ ਪ੍ਰਭੂ ਤੋਂ ਵਿਛੜਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਯਾਦ ਆਉਂਦੀ ਆ। ਇੱਥੇ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਰੂਹ ਮੁੜ ਉਸ ਵਿੱਚ ਅੱਲਾ ਤੋਂ ਬਿਨਾਂ ਵਿਛੜੀ ਹੋਈ ਰੂਹ ਆ, ਜਿਹੜੀ ਅੱਲਾ ਤੋਂ ਦੂਰ ਹੋ ਜਾਂਦੀ ਆ, ਅਤੇ ਜਿਹਨੂੰ ਦਰਦ ਹੁੰਦਾ ਉਹੀ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦੀ ਹੈ। ਉਸ ਤੋਂ ਅਗਲਾ ਹੈ ਫਰੀਦਾ ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ। ਇੱਥੇ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਕਿ ਸਮੇਂ ਨੂੰ ਸਾਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਬਾਬਾ ਫਰੀਦ ਜੀ ਕਹਿੰਦੇ ਨੇ ਚਾਰ ਪਹਿਰ ਤਾਂ ਤੂੰ ਖਾ ਕੇ, ਚਾਰ ਪਹਿਰ ਤਾਂ ਤੂੰ ਕੰਮਾਂ ਧੰਦਿਆਂ ਦੇ ਵਿੱਚ ਗਵਾ ਲਏ, ਚਾਰ ਪਹਿਰ ਤੂੰ ਸੌਂ ਕੇ ਗਵਾ ਲੈਣਾ। ਕਹਿੰਦੇ ਜਦੋਂ ਰੱਬ ਲੇਖਾ ਮੰਗੂਗਾ ਇਹਨਾਂ ਆਪਣੇ ਸਰੀਰ ਦੇ ਉੱਤੇ ਜਾ ਕੇ ਲੇਖਾ ਵੀ ਮੰਗਣਾ ਵੀ ਤੂੰ ਕਿਸ ਕੰਮ ਲਈ ਤੈਨੂੰ ਇਸ ਦੁਨੀਆ ਦੇ ਉੱਤੇ ਭੇਜਿਆ ਸੀ। ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹ ਲੇਖਾ ਜੋਖਾ ਸਾਡੇ ਸਰੀਰ ਤੋਂ ਲਿਆ ਜਾਣਾ। ਇਸ ਕਰਕੇ ਸਾਨੂੰ ਪ੍ਰਭੂ ਭਗਤੀ ਦੇ ਵਿੱਚ ਟਾਈਮ ਬਿਤਾਉਣਾ ਚਾਹੀਦਾ। ਵੱਧ ਤੋਂ ਵੱਧ ਟਾਈਮ ਸਾਨੂੰ ਪਰਮਾਤਮਾ ਦੀ ਯਾਦ ਵਿੱਚ ਹੀ ਬਿਤਾਉਣਾ ਚਾਹੀਦਾ। ਭਾਵ ਕਿ ਜੇ ਕਹਿੰਦੇ ਨੇ ਚਾਰ ਪਹਿਰ ਤੂੰ ਸੌਣਾ ਵਾ, ਚਾਰ ਪਹਿਰ ਤੂੰ ਕੰਮ ਕਰ ਲਿਆ, ਫਿਰ ਤੂੰ ਰੱਬ ਦਾ ਤਾਂ ਕੋਈ ਨਾਮ ਹੀ ਨਾ ਲਿਆ। ਕਹਿੰਦੇ ਨੇ ਤੂੰ ਆਧੀ ਸੇ ਆਧੀ ਘੜੀ, ਕਹਿੰਦੇ ਕੁਛ ਤਾਂ ਤੂੰ ਆਪਣਾ ਪਰਮਾਤਮਾ ਦੇ ਨਾਮ ਵਿੱਚ ਆਪਣਾ ਟਾਈਮ ਗੁਜ਼ਾਰ। ਇੱਕ ਤਾਂ ਆਪਾਂ ਨੂੰ ਲੇਖਾ ਜੋਖਾ ਕਰਨਾ ਪੈਣਾ ਦਰਗਾਹ ਵਿੱਚ ਜਾ ਕੇ। ਤੂੰ ਆਪਣਾ ਟਾਈਮ ਪਰਮਾਤਮਾ ਦੀ ਭਗਤੀ ਦੇ ਵਿੱਚ ਜ਼ਰੂਰ ਲਗਾ। ਉਸ ਤੋਂ ਅੱਗੇ ਹੈ ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ, ਭੀ ਤਨ ਹੋਸੀ ਖੇ। ਬਾਬਾ ਫਰੀਦ ਜੀ ਇੱਥੇ ਆਪਣੀ ਉਦਾਹਰਨ ਦਿੰਦੇ ਨੇ ਆਪਣੇ ਜੀਵਨ ਦਾ ਸਮਾਂ। ਕਹਿੰਦੇ ਅਜਾਈਂ ਗਵਾਉਣ ਵਾਲੇ ਜੀਵ ਦਾ ਉਸ ਦਾ ਲੇਖਾ ਦੇਖਾ ਦੇਣਾ ਪੈਣਾ। ਫਿਰ ਬਾਬਾ ਫਰੀਦ ਜੀ ਇੱਥੇ ਆਪਣੀ ਖੁਦ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਹੇ ਸ਼ੇਖ ਫਰੀਦ, ਤੂੰ ਤਾਂ ਹੁਣ ਬੁੱਢਾ ਹੋ ਗਿਆ ਹੈ, ਤੇਰਾ ਸਰੀਰ ਵੀ ਕੰਬਣ ਲੱਗ ਪਿਆ ਹੈ। ਦੇ ਕੰਬਣ ਲੱਗੀ ਦੇ, ਭਾਵ ਕਿ ਹੁਣ ਤਾਂ ਤੇਰਾ ਸਰੀਰ ਵੀ ਕੰਬਣ ਲੱਗ ਪਿਆ ਹੈ। ਕਹਿੰਦੇ ਜੇ 100 ਵਰਿਆਂ ਵੀ ਤੈਨੂੰ ਜੀਵਨ ਨਸੀਬ ਹੋਵੇ, ਜੇ 100 ਵਰਿਆਂ ਜੀਵਣਾ, ਭੀ ਤਨ ਹੋਸੀ ਖੇ। ਜੇ ਤੂੰ 100 ਵਰੇ ਵੀ ਜੀਵਨ ਬਤੀਤ ਕਰੇ, ਭਾਵ ਕਿ ਤੈਨੂੰ 100 ਵਰਿਆਂ ਦੀ ਵੀ ਉਮਰ ਤੋਂ ਭੋਗ ਲਵੇ, ਅੰਤ ਨੂੰ ਫਿਰ ਵੀ ਤੇਰਾ ਸਰੀਰ ਮਿੱਟੀ ਹੀ ਹੋਣਾ। ਖੇ ਮਿੱਟੀ, ਭਾਵ ਕਿ ਤੂੰ ਮਿੱਟੀ ਦੇ ਵਿੱਚ ਹੀ ਜਾਣਾ ਆਖਰ ਨੂੰ। ਇਹ ਕਹਿੰਦੇ ਨੇ ਇੱਥੇ ਬਾਬਾ ਫਰੀਦ ਜੀ ਵੀ ਸਾਨੂੰ ਅਖੀਰ ਨੂੰ ਇੱਕ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ, ਇਸ ਸੰਸਾਰ ਨੂੰ ਸਾਨੂੰ ਛੱਡਣਾ ਪੈਣਾ। ਕਿਉਂਕਿ ਮੌਤ ਆ ਜਿਹੜੀ ਉਹ ਕੋਈ ਵੀ ਟਾਲ ਨਹੀਂ ਸਕਦਾ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਮੌਤ ਅਟੱਲ ਹੈ, ਇਹ ਇੱਕ ਸੱਚਾਈ ਹੈ। ਤਾਂ ਇਸ ਕਰਕੇ ਸਾਨੂੰ ਬਾਬਾ ਫਰੀਦ ਜੀ ਸਮਝਾਉਂਦੇ ਨੇ ਕਿ ਮਨੁੱਖੀ ਜੀਵਨ ਆ ਜਿਹੜਾ ਉਹ ਨਾਸ਼ਵਾਨ ਆ। ਇੱਕ ਦਿਨ ਸਾਰਿਆਂ ਨੇ ਇਸ ਸੰਸਾਰ ਤੋਂ ਚਲੇ ਜਾਣਾ, ਚਾਹੇ ਅਸੀਂ 100 ਵਰਿਆ ਜੀਵਨ ਬਤੀਤ ਕਰ ਲਈਏ, ਚਾਹੇ 90, ਚਾਹੇ 80, ਜਿੰਨਾ ਵੀ ਮਰਜ਼ੀ ਸਾਡੇ ਕਰਮਾਂ 'ਚ ਲਿਖਿਆ ਹੋਇਆ, ਆਖਰ ਨੂੰ ਅਸੀਂ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਮੌਤ ਇੱਕ ਸੱਚ ਹੈ, ਸੱਚਾਈ ਹੈ, ਇਸ ਤੋਂ ਕਦੇ ਵੀ ਬਚਿਆ ਨਹੀਂ ਜਾ ਸਕਦਾ। ਇਸ ਕਰਕੇ ਜਿੰਨਾ ਵੀ ਹੋ ਸਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ, ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ, ਪਰਮਾਤਮਾ ਦੇ ਲਈ ਆਪਣਾ ਸਮਾਂ ਕੱਢਣਾ ਚਾਹੀਦਾ, ਪਰਮਾਤਮਾ ਦੀ ਭਗਤੀ ਦੇ ਲਈ ਆਪਣਾ ਟਾਈਮ ਕੱਢਣਾ ਚਾਹੀਦਾ। ਹਾਂਜੀ, ਇਹ ਸੀ ਤੁਹਾਡੇ ਬਾਬਾ ਸ਼ੇਖ ਫਰੀਦ ਜੀ ਦੇ ਸਲੋਕ। ਇਸ ਤੋਂ ਬਾਅਦ ਇਹਦੇ ਵਿੱਚੋਂ ਵੈਰੀ ਸ਼ਾਰਟ ਕੁਐਸਚਨ ਵੀ ਆਉਂਦੇ ਨੇ, ਜਿਸ ਤਰ੍ਹਾਂ ਕਿ ਰੱਬ ਕਿੱਥੇ ਵੱਸਦਾ। ਰੱਬ ਕਿੱਥੇ ਵੱਸਦਾ? ਰੱਬ ਮਨੁੱਖ ਦੇ ਹਿਰਦੇ ਵਿੱਚ ਵੱਸਦਾ। ਬਿਰਹਾ ਤੋਂ ਕੀ ਭਾਵ ਹੈ? ਬਿਰਹਾ ਦਾ ਮਤਲਬ ਵਿਛੋੜਾ ਜਾਂ ਪਰਮਾਤਮਾ ਤੋਂ ਦੂਰੀ। ਅੱਛਾ ਵੀ ਅੱਗੇ ਕੁਐਸਚਨ ਹੈ, ਮਨੁੱਖ ਨੂੰ ਆਪਣੇ ਲੇਖ ਕਿਹੋ ਜਿਹੇ ਨਹੀਂ ਲਿਖਾਉਣੇ ਚਾਹੀਦੇ?
ਮਨੁੱਖ ਦੇ ਨੂੰ ਲੇਖ ਭੈੜੇ ਜਾਂ ਮਾੜੇ ਨਹੀਂ ਲਿਖਾਉਣੇ ਚਾਹੀਦੇ। ਜੇ ਅਸੀਂ ਚੰਗੇ ਕੰਮਾਂ ਵਿੱਚ ਟਾਈਮ ਲਗਾਵਾਂਗੇ ਤਾਂ ਸਾਡੇ ਲੇਖ ਕੁਦਰਤੀ ਚੰਗੇ ਲਿਖੇ ਜਾਣਗੇ। ਕਿਹੜਾ ਸਮਾਂ ਨੇੜੇ ਆ ਗਿਆ? ਸਾਡਾ ਮੌਤ ਦਾ ਸਮਾਂ ਨੇੜੇ ਆ ਰਿਹਾ। ਬੁਢਾਪੇ ਦੀਆਂ ਕੀ ਨਿਸ਼ਾਨੀਆਂ ਨੇ? ਬੁਢਾਪੇ ਦੀ ਇਹ ਨਿਸ਼ਾਨੀਆਂ ਕਿ ਦਾੜ੍ਹੀ ਚਿੱਟੀ ਹੋ ਜਾਂਦੀ ਆ, ਦੇਹ ਕੰਬਣ ਲੱਗ ਪੈਂਦੀ ਆ, ਆਪਣਾ ਸਰੀਰ ਆਪਣੇ ਤੋਂ ਹੀ ਕਾਬੂ ਨਹੀਂ ਹੁੰਦਾ। ਅੱਛਾ, ਵੀ ਮਨੁੱਖ ਜੰਗਲਾਂ ਵਿੱਚ ਕਿਸ ਨੂੰ ਲੱਭਦਾ ਫਿਰਦਾ? ਮਨੁੱਖ ਜੰਗਲਾਂ ਵਿੱਚ ਪਰਮਾਤਮਾ ਨੂੰ ਲੱਭਦਾ ਫਿਰਦਾ। ਉਸ ਤੋਂ ਅੱਗੇ ਹੈ ਰੁੱਖੀ ਸੁੱਖੀ ਖਾਣ ਤੋਂ ਕੀ ਭਾਵ ਆ ਬਾਬਾ ਫਰੀਦ ਜੀ ਦਾ? ਇਹ ਹੱਕ ਦੀ ਕਮਾਈ ਜਾਂ ਸਾਦੀ ਖੁਰਾਕ, ਬਿਲਕੁਲ ਸਾਦੀ ਹੀ ਖਾ ਕੇ ਸਬਰ ਸੰਤੋਖ ਕਰਨਾ ਚਾਹੀਦਾ। ਪਰਾਈ ਚੋਪੜੀ ਵੇਖ ਕੇ ਮਨ ਕਿਉਂ ਨਹੀਂ ਤਰਸਾਉਣਾ ਚਾਹੀਦਾ? ਕਹਿੰਦੇ ਵੀ ਇਸ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਸਗੋਂ ਮਨ ਦੇ ਵਿੱਚ ਭੈੜੇ ਵਿਚਾਰ ਆਉਂਦੇ ਨੇ। ਸਾਨੂੰ ਪਰਮਾਤਮਾ ਦੇ ਦਿੱਤੇ 'ਤੇ ਹੀ ਖੁਸ਼ ਰਹਿਣਾ ਚਾਹੀਦਾ। ਜੋ ਸਾਨੂੰ ਮਿਲਿਆ ਉਹਦੇ 'ਤੇ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਹਾਂਜੀ ਬੇਟਾ, ਇਸ ਤਰ੍ਹਾਂ ਦੇ ਤੁਹਾਨੂੰ ਛੋਟੇ ਕੁਐਸਚਨ ਵੀ ਆਉਣਗੇ ਅਤੇ ਤੁਸੀਂ ਇਹਨਾਂ ਸਲੋਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਚੰਗੀ ਤਰ੍ਹਾਂ ਯਾਦ ਕਰਨੀ ਹੈ। ਧੰਨਵਾਦ ਜੀ।